BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੋ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਸਿਸਲੀ ਦੇ ਤੂਫਾਨ ਵਿੱਚ ਸੁਪਰ ਯਾਟ ਡੁੱਬਣ ਕਾਰਨ 6 ਲਾਪਤਾ ਵਿੱਚੋਂ ਇੱਕ ਕੈਨੇਡੀਅਨ ਵੀ ਸ਼ਾਮਲ, ਇੱਕ ਦੀ ਮੌਤ। ਲਿਬਰਲਸ US ਐਮਬੈਸੀ ਕੁਝ ਸਿਵਲ ਸਰਵੈਂਟਸ ਫਲਸਤੀਨ ਪੱਖੀ ਰੁਖ ਨੂੰ ਲੈ ਕੇ ਓਟਵਾ ਪ੍ਰਾਈਡ ਪਰੇਡ ਤੋਂ ਹੋਏ ਦੂਰ। ਕੈਨੇਡਾ ਨੇ ਵਿਆਪਕ ਰਣਨੀਤੀ ਵਿਕਾਸ ਦੇ ਵਿਚਕਾਰ ਅਫਰੀਕਾ ਵਿੱਚ ਐਮਪੌਕਸ ਦਾ ਮੁਕਾਬਲਾ ਕਰਨ ਲਈ $1 ਮਿਲੀਅਨ ਦੇਣ ਦਾ ਕੀਤਾ ਵਾਅਦਾ। ਅਮਰੀਕਾ ਦੇ ਸਾਬਕਾ US ਪ੍ਰਤੀਨਿਧੀ ਜਾਰਜ ਸੈਂਟੋਸ ਵਾਇਰ ਫਰਾਡ ਅਤੇ ਪਛਾਣ ਦੀ ਚੋਰੀ ਲਈ ਦੋਸ਼ੀ ਕਰਾਰ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਟਿਸ਼ ਟੈਕ ਮੈਗਨੇਟ ਮਾਈਕਲ ਲਿੰਚ ਅਤੇ 5 ਹੋਰ ਲੋਕ ਬੀਤੇ ਸੋਮਵਾਰ ਤੜਕੇ ਇੱਕ ਭਿਆਨਕ ਤੂਫਾਨ ਦੌਰਾਨ ਸਿਸਲੀ ਦੇ ਤੱਟ ਤੇ ਉਹਨਾਂ ਦੀ ਲਗਜ਼ਰੀ ਸੁਪਰ ਯਾਟ ਬੇਜ਼ਨ ਡੁੱਬਣ ਤੋਂ ਬਾਅਦ ਲਾਪਤਾ ਹਨ। ਪੋਰਟਾਚੇਲੋ ਦੇ ਨੇੜੇ ਐਂਕਰ ਕੀਤੀ ਗਈ ਯਾਟ ਸਵੇਰੇ 5 ਵਜੇ ਦੇ ਕਰੀਬ ਇੱਕ ਵਾਟਰ ਸਪੋਰਟ ਪਾਣੀ ਦੇ ਉੱਪਰ ਇੱਕ ਤੂਫਾਨ ਨਾਲ ਟਕਰਾ ਗਈ, ਜਿਸ ਕਾਰਨ ਇਹ ਪਲਟ ਗਈ। ਲਿੰਚ ਦੀ ਪਤਨੀ ਅਤੇ 14 ਹੋਰ ਲੋਕ ਇਸ ਘਟਨਾ ਵਿੱਚ ਬਚ ਨਿਕਲਣ ਵਿੱਚ ਕਾਮਯਾਬ ਰਹੇ, ਜਦਕਿ ਇੱਕ ਵਿਅਕਤੀ ਦੀ ਲਾਸ਼, ਜਿਸ ਨੂੰ ਰਸੋਈਏ ਦੀ ਮੰਨਿਆ ਜਾ ਰਿਹਾ ਹੈ, ਬਰਾਮਦ ਕਰ ਲਿਆ ਗਿਆ ਹੈ। ਰਿਪੋਰਟ ਮੁਤਾਬਕ ਬੇਜ਼ਨ ਇੱਕ 56 ਮੀਟਰ ਬ੍ਰਿਟਿਸ਼ ਝੰਡੇ ਵਾਲੀ ਯਾਟ ਵਿੱਚ 22 ਲੋਕ ਸਵਾਰ ਸੀ, ਜਿਸ ਵਿੱਚ UK, US, ਕੈਨੇਡਾ, ਫਰਾਂਸ ਅਤੇ ਜਰਮਨੀ ਅਤੇ ਮਿਆਂਮਾਰ ਦੇ ਚਾਲਕ ਦਲ ਅਤੇ ਯਾਤਰੀ ਸ਼ਾਮਲ ਸਨ। ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਬਚਾਅ ਯਤਨ ਜਾਰੀ ਕੀਤੇ ਗਏ ਹਨ। ਪੁਲਿਸ ਗੋਤਾਖੋਰ ਜਹਾਜ਼ ਦੇ ਖੋਖਲੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ 50 ਮੀਟਰ ਦੀ ਡੂੰਘਾਈ ਤੇ ਮੌਜੂਦ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਬਚੇ ਹੋਏ 8 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਬਾਕੀਆਂ ਨੂੰ ਇੱਕ ਹੋਟਲ ਵਿੱਚ ਲਿਜਾਇਆ ਗਿਆ। ਕੈਨੇਡੀਅਨ ਰਿਟੇਲ ਦਿਗਜ ਐਲੀਮੈਂਟੇਸ਼ਨ ਕੂਸ਼ਟਾਰਡ ਇੰਕ ਸਰਕਲ ਕੇ ਸੁਵਿਧਾ ਸਟੋਰ ਚੇਨ ਦੇ ਮਾਲਕ ਨੇ 7-11 ਦਾ ਸੰਚਾਲਨ ਕਰਨ ਵਾਲੀ ਜਾਪਾਨੀ ਕੰਪਨੀ 7&I ਹੋਲਡਿੰਗਸ ਕੰਪਨੀ ਲਿਮਟਿਡ ਨੂੰ ਹਾਸਲ ਕਰਨ ਲਈ ਇੱਕ ਬੋਲੀ ਲਗਾਈ ਹੈ। ਜਾਣਕਾਰੀ ਮੁਤਾਬਕ ਇਹ ਪੇਸ਼ਕਸ਼, ਜੋ ਕਿ ਗੈਰ ਬਾਈਡਿੰਗ ਹੈ, ਦਾ ਉਦੇਸ਼ 7 ਅਤੇ I ਦੇ ਸਾਰੇ ਬਕਾਇਆ ਸ਼ੇਅਰਸ ਨੂੰ ਖਰੀਦਣਾ ਹੈ, ਸੰਭਾਵਤ ਤੌਰ ਤੇ ਇੱਕ ਵਿਸ਼ਾਲ ਗਲੋਬਲ ਰਿਟੇਲ ਕਾਰੋਬਾਰ ਬਣਾਉਣ ਲਈ। ਇਸ ਦੌਰਾਨ ਕੂਸ਼ਟਾਰਡ ਨੇ ਪ੍ਰਸਤਾਵ ਨੂੰ ਦੋਸਤਾਨਾ ਦੱਸਿਆ ਤੇ ਦੋਵਾਂ ਕੰਪਨੀਆਂ ਦੇ ਗਾਹਕਾਂ, ਕਰਮਚਾਰੀਆਂ ਤੇ ਫਰੈਂਚਾਈਜ਼ੀਜ਼ ਅਤੇ ਸ਼ੇਅਰ ਧਾਰਕਾਂ ਨੂੰ ਲਾਭ ਪਹੁੰਚਾਉਣ ਤੇ ਇਸ ਦੇ ਫੋਕਸ ਤੇ ਜ਼ੋਰ ਦਿੱਤਾ। ਕੂਸ਼ਟਾਰਡ ਲੇਬਲ ਕਬੈਕ ਵਿੱਚ ਸਥਿਤ ਪਹਿਲਾਂ ਹੀ 31 ਦੇਸ਼ਾਂ ਵਿੱਚ ਕੂਸ਼ਟਾਰਡ ਸਰਕਲ ਕੇ ਅਤੇ ਇੰਗੋ ਵਰਗੇ ਬ੍ਰਾਂਡਾਂ ਦੇ ਤਹਿਤ 16,700 ਤੋਂ ਵੱਧ ਸਟੋਰਾਂ ਦਾ ਸੰਚਾਲਨ ਕਰ ਰਿਹਾ ਹੈ। ਰਿਪੋਰਟ ਅਨੁਸਾਰ 7&I, ਜੋ ਕਿ ਦੁਨੀਆ ਭਰ ਵਿੱਚ ਲਗਭਗ 85,800 ਸਟੋਰਾਂ ਦਾ ਮਾਲਕ ਹੈ ਅਤੇ ਜਿਸ ਵਿੱਚ ਸੁਵਿਧਾ ਸਟੋਰਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਕਾਰੋਬਾਰ ਸ਼ਾਮਲ ਹਨ, ਜਿਵੇਂ ਕਿ ਸੁਪਰਮਾਰਕੀਟਸ ਅਤੇ ਵਿੱਤੀ ਸੇਵਾਵਾਂ। ਰੋਜ਼ਾਨਾ 63.6 ਮਿਲੀਅਨ ਗਾਹਕ ਉੱਥੇ ਆਉਂਦੇ ਹਨ ਅਤੇ ਹੁਣ ਇਹ ਪ੍ਰਸਤਾਵਿਤ ਪ੍ਰਾਪਤੀ ਰਿਟੇਲ ਸੈਕਟਰ ਵਿੱਚ ਕੂਸ਼ਟਾਰਡ ਦੀ ਵਿਸ਼ਵਵਿਆਪੀ ਮੌਜੂਦਗੀ ਨੂੰ ਮਹੱਤਵਪੂਰਨ ਰੂਪ ਵਿੱਚ ਵਧਾਏਗੀ। ਇਹ ਕਦਮ ਕੂਸ਼ਟਾਰਡ ਦੀ ਐਕਵਾਇਰਿੰਗ ਰਾਹੀਂ ਵਿਸਤਾਰ ਦੀ ਚੱਲ ਰਹੀ ਰਣਨੀਤੀ ਨਾਲ ਮੇਲ ਖਾਂਦਾ ਹੈ, ਜਿਵੇਂ ਕਿ CEO ਬ੍ਰਾਇਨ ਹੈਂਸ ਦੁਆਰਾ ਹਾਲ ਹੀ ਵਿੱਚ ਕਮਾਈ ਕਾਲ ਵਿੱਚ ਸੰਕੇਤ ਦਿੱਤਾ ਗਿਆ ਸੀ। ਹੈਂਸ ਨੇ ਜ਼ਿਕਰ ਕੀਤਾ ਕਿ ਕੰਪਨੀ ਕੋਲ ਯੂਰਪ ਵਿੱਚ ਅਤੇ ਉੱਤਰੀ ਅਮਰੀਕਾ ਦੋਵਾਂ ਵਿੱਚ ਫੈਲੇ ਹੋਏ ਕਈ ਸੰਭਾਵੀ ਸੌਦੇ ਸਨ ਅਤੇ ਛੋਟੇ ਐਕਵਾਇਰਸ ਤੋਂ ਲੈ ਕੇ €3.1 ਬਿਲੀਅਨ ਵਿੱਚ ਟੋਟਲ ਐਨਰਜੀਜ਼ SE ਤੋਂ ਹਾਲ ਹੀ ਵਿੱਚ ਯੂਰੋਪੀਅਨ ਸੰਪત્ਤੀਆਂ ਦੀ ਖਰੀਦ ਜਿੰਨੀ ਵੱਡੀ ਸੀ। ਇੱਕ ਵੱਡੀ ਰੇਲਵੇ ਹੜਤਾਲ ਦੀ ਸਮਾਂ ਸੀਮਾ ਨੇੜੇ ਆਉਣ ਦੇ ਨਾਲ ਲੇਬਰ ਮੰਤਰੀ ਸਟੀਵਨ ਮੈਕਕਿਨਨ ਨੇ CN ਰੇਲ, ਕੈਨੇਡੀਅਨ ਪੈਸੀਫਿਕ, ਕੰਸਾਸ ਸਿਟੀ CPKC ਅਤੇ ਟੀਮਸਟਰਸ ਕੈਨੇਡਾ ਰੇਲ ਕਾਨਫਰੰਸ ਨੂੰ ਵੀਰਵਾਰ ਨੂੰ ਇੱਕ ਸੰਭਾਵੀ ਮਹਿੰਗੇ ਰੇਲਵੇ ਸਟਾਪੇਜ ਤੋਂ ਬਚਣ ਲਈ ਲੋੜੀਂਦੀ ਸਖਤ ਮਿਹਨਤ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਹੜਤਾਲ ਦੇ ਮਹੱਤਵਪੂਰਨ ਆਰਥਿਕ ਪ੍ਰਭਾਵ ਹੋ ਸਕਦੇ ਹਨ, ਪਰ ਮੈਕਕਿਨਨ ਨੇ ਇਹ ਸੰਕੇਤ ਨਹੀਂ ਦਿੱਤਾ ਹੈ ਕਿ ਫੈਡਰਲ ਸਰਕਾਰ ਚੱਲ ਰਹੀ ਸਮੂਹਿਕ ਸੌਦੇਬਾਜ਼ੀ ਗੱਲਬਾਤ ਵਿੱਚ ਦਖਲ ਦੇਵੇਗੀ ਜਾਂ ਨਹੀਂ। ਯੂਨੀਅਨ ਅਤੇ ਰੇਲਵੇ ਕੰਪਨੀਆਂ ਵੀਕਐਂਡ ਤੋਂ ਬਿਨਾਂ ਕਿਸੇ ਪ੍ਰਗਤੀ ਤੋਂ ਇਹ ਗੱਲਬਾਤ ਕਰ ਰਹੀਆਂ ਹਨ। ਦੱਸਦੇ ਕਿ ਟੀਮਸਟਰਸ ਨੇ ਐਲਾਨ ਕੀਤਾ ਹੈ ਕਿ ਕਰਮਚਾਰੀ ਸਵੇਰੇ 12:01 ਤੇ ਹੜਤਾਲ ਸ਼ੁਰੂ ਕਰ ਦੇਣਗੇ। ਕਾਬਿਲੇ ਗੌਰ ਹੈ ਕਿ ਪੂਰਬੀ ਵੀਰਵਾਰ ਨੂੰ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਹੈ, ਜਦੋਂ ਕਿ CN ਨੇ ਕਰਮਚਾਰੀਆਂ ਨੂੰ ਤਾਲਾਬੰਦ ਕਰਨ ਦੀ ਧਮਕੀ ਦਿੱਤੀ ਹੈ, ਜਦੋਂ ਤੱਕ ਕੋਈ ਸੌਦਾ ਜਾਂ ਬਾਈਡਿੰਗ ਆਰਬਿਟ੍ਰੇਸ਼ਨ ਤੇ ਸਹਿਮਤ ਨਹੀਂ ਹੁੰਦਾ। ਅਤੇ ਇਸ ਦੇ ਨਾਲ ਹੀ ਮੁੱਖ ਮੁੱਦਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਕੰਮ ਦੇ ਦਿਨ ਦੇ ਵਿਸਥਾਰ ਸ਼ਾਮਲ ਹਨ। ਦੋਵੇਂ ਧਿਰਾਂ ਦੂਜੇ ਤੇ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਾ ਰਹੀਆਂ ਹਨ। ਹਾਲਾਂਕਿ CN ਨੇ ਕਈ ਪੇਸ਼ਕਸ਼ਾਂ ਕੀਤੀਆਂ ਹਨ, ਪਰ ਯੂਨੀਅਨ ਨੇ ਉਹਨਾਂ ਨੂੰ ਅਸਵੀਕਾਰ ਕਰ ਦਿੱਤਾ ਹੈ, ਜਿਸ ਨਾਲ ਇੱਕ ਨਿਰੰਤਰ ਰੁਕਾਵਟ ਪੈਦਾ ਹੋ ਗਈ ਹੈ। ਇਸ ਦੌਰਾਨ NDP ਆਗੂ ਜਗਮੀਤ ਸਿੰਘ ਨੇ ਨਿਰਪੱਖ ਗੱਲਬਾਤ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਬਾਈਡਿੰਗ ਆਰਬਿਟ੍ਰੇਸ਼ਨ ਜਾਂ ਬੈਕ ਟੂ ਵਰਕ ਕਾਨੂੰਨ ਸਮੇਤ ਕਿਸੇ ਵੀ ਫੈਡਰਲ ਦਖਲ ਦਾ ਵਿਰੋਧ ਕੀਤਾ ਹੈ। ਪਰ ਇਸ ਚੱਲ ਰਹੇ ਤਣਾਅ ਦੇ ਬਾਵਜੂਦ CN ਰੇਲ ਨੂੰ ਉਮੀਦ ਹੈ ਕਿ ਹੜਤਾਲ ਦੀ ਸਮਾਂ ਸੀਮਾ ਤੋਂ ਪਹਿਲਾਂ ਇੱਕ ਸਮਝੌਤਾ ਹੋ ਜਾਵੇਗਾ। ਕੈਨੇਡਾ ਦੀ ਲਿਬਰਲ ਪਾਰਟੀ ਸਾਲਾਨਾ ਓਟਵਾ ਪ੍ਰਾਈਡ ਪਰੇਡ ਤੋਂ ਪਿੱਛੇ ਹਟ ਗਈ ਹੈ, ਜੋ ਕਿ ਆਪਣੇ ਇਸ ਫੈਸਲੇ ਨਾਲ ਹਾਲ ਹੀ ਦੇ ਫਲਸਤੀਨ ਪੱਖੀ ਰੁਖ ਕਾਰਨ ਇਸ ਸਮਾਗਮ ਤੋਂ ਆਪਣੇ ਆਪ ਨੂੰ ਦੂਰ ਕਰਨ ਵਾਲੇ ਭਾਗੀਦਾਰਾਂ ਅਤੇ ਸੰਗਠਨਾਂ ਦੀ ਵੱਧ ਰਹੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਇਹ ਫੈਸਲਾ ਪਰੇਡ ਆਰਗੇਨਾਈਜ਼ਰਸ ਤੇ ਫਲਸਤੀਨੀਆਂ ਨਾਲ ਏਕਤਾ ਦੇ ਬਿਆਨ ਤੋਂ ਬਾਅਦ ਲਿਆ ਗਿਆ ਹੈ, ਜਿਸ ਨਾਲ ਇੱਕ ਬਹੁਤ ਵੱਡਾ ਵਿਵਾਦ ਪੈਦਾ ਹੋ ਗਿਆ ਹੈ ਅਤੇ ਕੁਝ ਦੂਤਾਵਾਸਾਂ, ਸਿਵਲ ਸਰਵੈਂਟਸ ਅਤੇ ਸਥਾਨਕ ਸਮੂਹਾਂ ਨੂੰ ਵੀ ਬਾਹਰ ਕੱਢਣਾ ਪਿਆ ਹੈ। ਰਿਪੋਰਟ ਮੁਤਾਬਕ ਕੈਪੀਟਲ ਪ੍ਰਾਈਡ ਦੇ ਬਿਆਨ 6 ਅਗਸਤ ਨੂੰ ਜਾਰੀ ਕੀਤੇ ਗਏ, ਜਿਸ ਨੇ ਗਾਜ਼ਾ ਵਿੱਚ ਇਜ਼ਰਾਈਲੀ ਸਰਕਾਰ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਅਤੇ ਇਸ ਦੀ ਫੌਜੀ
ਦੂਜੀ ਕਾਰਵਾਈਆਂ ਤੋਂ ਧਿਆਨ ਭਟਕਾਉਣ ਲਈ ਇਸ ਦੀ LGBTQ2S+ ਸ਼ਮੂਲੀਅਤ ਨੂੰ ਪਿੰਕ ਵਾਸ਼ਿੰਗ ਦਾ ਦੋਸ਼ ਲਗਾਇਆ, ਜਦੋਂ ਕਿ ਇਸਨੇ 7 ਅਕਤੂਬਰ 2023 ਦੇ ਹਮਾਸ ਦੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਭਵਿੱਖ ਦੇ ਸਮਾਗਮਾਂ ਵਿੱਚ ਫਲਸਤੀਨੀਆਂ ਦੀ ਦੁਰਦਸ਼ਾ ਨੂੰ ਮਾਨਤਾ ਦੇਣ ਦਾ ਵਾਅਦਾ ਕੀਤਾ। ਇਸ ਨੂੰ ਯਹੂਦੀ ਭਾਈਚਾਰਿਆਂ ਅਤੇ ਵਕਾਲਤ ਸਮੂਹਾਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ, ਜਿਸ ਵਿੱਚ ਬਨਾਏ ਬ੍ਰਿਥ ਕੈਨੇਡਾ ਅਤੇ ਯਹੂਦੀ ਫੈਡਰੇਸ਼ਨ ਆਫ ਓਟਵਾ ਸ਼ਾਮਲ ਹਨ। ਇਸ ਪ੍ਰਤੀਕਿਰਿਆ ਨੇ ਪਰੇਡ ਵਿੱਚ ਭਾਗ ਲੈਣ ਬਾਰੇ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਕੁਝ ਸਮੂਹਾਂ ਨੇ ਚੋਣ ਛੱਡ ਦਿੱਤੀ ਹੈ ਅਤੇ ਦੂਸਰੇ ਅਜੇ ਵੀ ਆਪਣੇ ਅਹੁਦਿਆਂ ਤੇ ਵਿਚਾਰ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹੋਰ ਸਿਆਸੀ ਆਗੂ ਜੋ ਇਸ ਤੋਂ ਪਹਿਲਾਂ ਪਰੇਡ ਵਿੱਚ ਹਿੱਸਾ ਲੈ ਚੁੱਕੇ ਹਨ, ਵਿਵਾਦ ਕਾਰਨ ਇਸ ਸਾਲ ਇਸ ਵਿੱਚ ਸ਼ਾਮਲ ਨਹੀਂ ਹੋਣਗੇ। ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਨੇ ਅਫਰੀਕਾ ਵਿੱਚ ਐਮਪੌਕਸ, ਜਿਸ ਨੂੰ ਪਹਿਲਾਂ ਮੌਂਕੀਪੌਕਸ ਕਿਹਾ ਜਾਂਦਾ ਸੀ, ਦੇ ਫੈਲਣ ਨਾਲ ਲੜਨ ਵਿੱਚ ਮਦਦ ਲਈ $1 ਮਿਲੀਅਨ ਦੇ ਯੋਗਦਾਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਰਿਸਰਚ, ਰਿਪੋਰਟਿੰਗ ਪ੍ਰਣਾਲੀਆਂ ਅਤੇ ਖੋਜ ਯਤਨਾਂ ਨੂੰ ਵਧਾਉਣ ਲਈ ਫੰਡਿੰਗ ਨੂੰ ਵਿਸ਼ਵ ਸਿਹਤ ਸੰਗਠਨ ਨੂੰ ਨਿਰਦੇਸ਼ਿਤ ਕੀਤਾ ਜਾਵੇਗਾ। ਦੱਸਦੇ ਕਿ ਜੋਲੀ ਇਸ ਸਮੇਂ ਆਈਵਰੀ ਕੋਸਟ ਦਾ ਦੌਰਾ ਕਰ ਰਹੀ ਹੈ ਅਤੇ ਅੱਤਵਾਦ ਵਿਰੋਧੀ, ਆਰਥਿਕ ਭਾਈਵਾਲੀ ਅਤੇ ਨਸਲੀ ਵਿਤਕਰੇ ਦੇ ਅੰਤ ਤੋਂ ਬਾਅਦ 30 ਸਾਲਾਂ ਦੀ ਯਾਦ ਵਿੱਚ ਚਰਚਾ ਕਰਨ ਲਈ ਜਲਦੀ ਹੀ ਦੱਖਣੀ ਅਫਰੀਕਾ ਦੀ ਯਾਤਰਾ ਕਰੇਗੀ। ਜ਼ਿਕਰਯੋਗ ਹੈ ਕਿ ਇਹ ਐਲਾਨ ਉਦੋਂ ਸਾਹਮਣੇ ਆਇਆ ਜਦੋਂ ਕੈਨੇਡੀਅਨ ਸਰਕਾਰ ਅਫਰੀਕਾ ਨਾਲ ਜੁੜਨ ਲਈ ਇੱਕ ਵਿਆਪਕ ਰਣਨੀਤੀ ਤੇ ਕੰਮ ਕਰ ਰਹੀ ਹੈ, ਜਿਸ ਨੇ ਪਿਛਲੇ ਕੁਝ ਸਾਲਾਂ ਵਿੱਚ ਦੇਰੀ ਅਤੇ ਫੋਕਸ ਵਿੱਚ ਤਬਦੀਲੀਆਂ ਦਾ ਸਾਹਮਣਾ ਕੀਤਾ ਹੈ। ਕੈਨੇਡਾ ਅਫਰੀਕਨ ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀਆਂ ਬੇਨਤੀਆਂ ਦੇ ਜਵਾਬ ਵਿੱਚ ਐਮਪੌਕਸ ਵੈਕਸੀਨ ਦੇ ਦਾਨ ਤੇ ਵਿੱਚ ਵਿਚਾਰ ਕਰ ਰਿਹਾ ਹੈ। ਰਿਪੋਰਟ ਮੁਤਾਬਕ ਆਲੋਚਕਾਂ ਨੇ ਪਹਿਲਾਂ ਕੈਨੇਡਾ ਤੇ ਕੋਵਿਡ-19 ਮਹਾਮਾਰੀ ਦੌਰਾਨ ਅਫਰੀਕਾ ਦਾ ਸਮਰਥਨ ਨਾ ਕਰਨ ਦਾ ਦੋਸ਼ ਲਗਾਇਆ ਅਤੇ ਵਿਕਾਸ ਅਤੇ ਵਪਾਰ ਲਈ ਵਧੇਰੇ ਇਕਸਾਰ ਪਹੁੰਚ ਦੀ ਮੰਗ ਕੀਤੀ ਹੈ। ਉੱਥੇ ਸਹਾਇਤਾ ਮਾਹਰ ਰੂਸ ਅਤੇ ਚੀਨ ਵਰਗੇ ਦੇਸ਼ਾਂ ਦੇ ਵਾਧੇ ਪ੍ਰਭਾਵ ਦੇ ਮੱਦੇਨਜ਼ਰ ਸਾਰਥਕਤਾ ਨੂੰ ਬਣਾਈ ਰੱਖਣ ਲਈ ਕੈਨੇਡਾ ਨੂੰ ਆਪਣੀ ਬ੍ਰਾਂਡਿੰਗ ਅਤੇ ਰਣਨੀਤਕ ਫੋਕਸ ਨੂੰ ਬਿਹਤਰ ਬਣਾਉਣ ਦੀ ਲੋੜ ਤੇ ਜ਼ੋਰ ਦੇ ਰਹੇ ਹਨ। ਫ੍ਰੀडम ਕਨਵੋਏ ਦੇ ਆਯੋਜਕ ਕ੍ਰਿਸ ਬਾਬਰ ਦੇ ਚੱਲ ਰਹੇ ਮੁਕੱਦਮੇ ਵਿੱਚ ਉਸਦੇ ਵਕੀਲ ਡਾਇਨ ਮਾਗਸ ਨੇ ਦਲੀਲ ਦਿੱਤੀ ਕਿ ਓਟਵਾ ਵਿਰੋਧ ਪ੍ਰਦਰਸ਼ਨ ਦੌਰਾਨ ਹੌਰਨ ਵਜਾਉਣ ਦੇ ਪਾਬੰਦੀ ਲਗਾਉਣ ਦਾ ਅਦਾਲਤੀ ਆਦੇਸ਼ ਅਸਪਸ਼ਟ ਸੀ। ਦੱਸੇ ਕਿ ਬਾਬਰ, ਜਿਸ ਨੂੰ ਸ਼ਰਾਰਤ ਕਰਨ, ਧਮਕਾਉਣ ਅਤੇ ਦੂਜਿਆਂ ਨੂੰ ਕਾਨੂੰਨ ਤੋੜਨ ਲਈ ਸਲਾਹ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਤੇ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਹੌਰਨ ਵਜਾ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਉਤਸ਼ਾਹਿਤ ਕਰਨ ਦਾ ਵੀ ਦੋਸ਼ ਹੈ। ਮਾਗਸ ਨੇ ਦਲੀਲ ਦਿੱਤੀ ਕਿ ਆਰਡਰ ਵਿੱਚ ਸਪਸ਼ਟ ਅਪਵਾਦਾਂ ਦੀ ਘਾਟ ਸੀ, ਜਿਵੇਂ ਕਿ ਐਮਰਜੈਂਸੀ, ਜਿਸ ਕਾਰਨ ਬਾਬਰ ਨੂੰ ਇਹ ਵਿਸ਼ਵਾਸ ਹੋ ਸਕਦਾ ਸੀ ਕਿ ਕੁਝ ਹਾਲਾਤਾਂ ਵਿੱਚ ਲਗਾਤਾਰ ਹੌਰਨ ਵਜਾਉਣਾ ਜਾਇਜ਼ ਸੀ। ਇਸ ਸੁਣਵਾਈ ਦੌਰਾਨ ਮਾਗਸ ਨੇ ਸੰਭਾਵਿਤ ਗੈਰ ਕਾਨੂੰਨੀ ਗ੍ਰਿਫਤਾਰੀਆਂ ਅਤੇ ਪੁਲਿਸ ਕਾਰਵਾਈਆਂ ਬਾਰੇ ਬਾਰਬਰ ਦੇ ਡਰ ਨੂੰ ਉਜਾਗਰ ਕੀਤਾ। ਇਹ ਦਲੀਲ ਦਿੱਤੀ ਕਿ ਇਹਨਾਂ ਚਿੰਤਾਵਾਂ ਨੇ ਉਸ ਨੂੰ ਅਦਾਲਤ ਦੇ ਆਦੇਸ਼ ਦੀ ਇਸ ਤਰੀਕੇ ਨਾਲ ਵਿਆਖਿਆ ਕਰਨ ਲਈ ਪ੍ਰੇਰਿਤ ਕੀਤਾ ਹੋ ਸਕਦਾ ਹੈ ਕਿ ਉਸ ਦੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਜਾ ਸਕੇ। ਉਸਨੇ ਇਹ ਵੀ ਇਸ਼ਾਰਾ ਕੀਤਾ ਕਿ ਬਾਰਬਰ ਦੇ ਸਾਰੇ ਟਿਕਟੌਕ ਵੀਡੀਓਜ਼, ਜਿਨ੍ਹਾਂ ਵਿੱਚ ਦੋਸ਼ ਮੁਕਤ ਸਬੂਤ ਸ਼ਾਮਲ ਹੋ ਸਕਦੇ ਹਨ, ਸਬੂਤ ਵਿੱਚ ਦਾਖਲ ਨਹੀਂ ਕੀਤੇ ਗਏ ਸੀ। ਇਸ ਮਾਮਲੇ ਵਿੱਚ ਬਚਾਅ ਪੱਖ ਦਾ ਕਹਿਣਾ ਹੈ ਕਿ ਬਾਰਬਰ ਨੇ ਵਾਹਨਾਂ ਨੂੰ ਹਿਲਾਉਣ ਅਤੇ ਵਿਰੋਧ ਨੂੰ ਕਾਨੂੰਨੀ ਰੱਖਣ ਵਿੱਚ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਕਾਬਲੇ ਗੌਰ ਹੈ ਕਿ ਮੁਕੱਦਮਾ, ਜਿਸ ਨੇ ਬਹੁਤ ਸਾਰੀਆਂ ਦੇਰੀ ਅਤੇ ਪੇਚੀਦਗੀਆਂ ਦੇਖੀਆਂ ਹਨ, ਸਮਾਪਤੀ ਦਲੀਲਾਂ ਦੇ ਨਾਲ ਜਾਰੀ ਹੈ। ਕ੍ਰਾਊਨ ਨੇ ਬਾਰਬਰ ਅਤੇ ਉਸਦੇ ਸਹਿ ਦੋਸ਼ੀ ਟਮਾਰਾ ਲਿਚ ਦੇ ਕਾਨੂੰਨੀ ਵਿਰੋਧ ਤੋਂ ਗੈਰ ਕਾਨੂੰਨੀ ਗਤੀਵਿਧੀ ਤੱਕ ਰੇਖਾ ਪਾਰ ਕਰਨ ਦਾ ਦੋਸ਼ ਲਗਾਇਆ। ਕ੍ਰਾਊਨ ਦੇ ਜਵਾਬ ਦੇਣ ਤੋਂ ਪਹਿਲਾਂ ਅਦਾਲਤ ਮੰਗਲਵਾਰ ਨੂੰ ਲਿਚ ਦੇ ਬਚਾਅ ਪੱਖ ਤੋਂ ਅੰਤਿਮ ਦਲੀਲਾਂ ਸੁਣੇਗੀ। ਬੀਤੇ ਐਤਵਾਰ ਨੂੰ ਕ੍ਰੋਨਿਕ ਬਿਮਾਰੀਆਂ ਨਾਲ ਜੂਝ ਰਹੇ 1 ਦਰਜਨ ਤੋਂ ਵੱਧ ਬੱਚਿਆਂ ਨੇ ਡਰਾਈਵ-ਇਨ ਪ੍ਰੋਜੈਕਟ ਦੀ ਇੱਕ ਵਿਲੱਖਣ ਯਾਤਰਾ ਦਾ ਅਨੁਭਵ ਕੀਤਾ। ਆਊਟਰੀਚ ਇਵੈਂਟ ਵਿੱਚ 15 ਬੱਚੇ ਫੈਰਾਰੀਜ਼, ਲੈਂਬੋਰਗਿਨੀਜ਼ ਅਤੇ ਮੈਕਲੈਰਨਸ ਵਰਗੀਆਂ ਲਗਜ਼ਰੀ ਕਾਰਾਂ ਵਿੱਚ ਸਵਾਰ ਸੀ, ਜੋ ਉਹਨਾਂ ਨੂੰ BC ਲਾਇਨਸ ਫੁੱਟਬਾਲ ਗੇਮ ਵਿੱਚ ਜਾਣ ਲਈ ਇੱਕ ਯਾਦਗਾਰ ਪ੍ਰੀ-ਗੇਮ ਅਨੁਭਵ ਪ੍ਰਦਾਨ ਕਰਦਾ ਸੀ। ਕੇਵਿਨ ਗੋਰਡਨ, ਡਰਾਈਵ-ਇਨ ਪ੍ਰੋਜੈਕਟ ਦੇ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ, ਨੇ ਇਸ ਇਵੈਂਟ ਨੂੰ ਸੁਪਰਕਾਰ ਥੈਰੇਪੀ ਵਜੋਂ ਦਰਸਾਇਆ, ਜੋ ਬੱਚਿਆਂ ਦੀ ਸਿਹਤ ਚੁਣੌਤੀਆਂ ਤੋਂ ਧਿਆਨ ਭਟਕਾਉਣ ਲਈ ਤਿਆਰ ਕੀਤਾ ਗਿਆ ਹੈ। ਗੋਰਡਨ, ਜਿਸ ਨੇ 2018 ਵਿੱਚ ਆਪਣੀ ਸਾਫਟਵੇਅਰ ਕੰਪਨੀ ਵੇਚੀ, ਉਸਨੇ ਵੈਨਕੂਵਰ ਪੁਲਿਸ ਵਿਭਾਗ ਦੇ ਨਾਲ ਸਾਂਝੇਦਾਰੀ ਵਿੱਚ ਇਸ ਸਮਾਗਮ ਦਾ ਆਯੋਜਨ ਕੀਤਾ। ਇਹ ਵੈਨਕੂਵਰ ਵਿੱਚ 6ਵਾਂ ਸਾਲਾਨਾ ਸਮਾਗਮ ਸੀ, ਜਿਸ ਵਿੱਚ ਬੱਚਿਆਂ ਨੂੰ ਸਾਈਪਰਸ ਬਾਊਲ ਤੱਕ ਸਵਾਰ ਕੀਤਾ ਗਿਆ ਅਤੇ ਫਿਰ ਖੇਡ ਉਤਸਵ ਵਿੱਚ ਸ਼ਾਮਲ ਹੋਣ ਲਈ ਸਟੇਡੀਅਮ ਤੱਕ ਪਹੁੰਚਾਇਆ ਗਿਆ। ਇਹ ਇਵੈਂਟ, ਜੋ ਕਿ ਅਮਰੀਕਾ ਤੇ ਆਸਟ੍ਰੇਲੀਆ ਤੱਕ ਫੈਲਿਆ ਹੋਇਆ ਹੈ, 1000 ਤੋਂ ਵੱਧ ਲੋਕਾਂ ਨੇ ਤਾੜੀਆਂ ਮਾਰਦੇ ਹੋਏ ਦੇਖਿਆ ਜਦੋਂ ਬੱਚੇ ਸਟਾਈਲ ਵਿੱਚ ਇਵੈਂਟ ਵਿੱਚ ਪਹੁੰਚੇ। ਅਮਰੀਕਾ ਦੇ ਸਾਬਕਾ ਪ੍ਰਤੀਨਿਧੀ ਜਾਰਜ ਸੈਂਟੋਸ ਨੇ ਸੋਮਵਾਰ ਨੂੰ ਤਾਰ ਧੋਖਾਧੜੀ ਅਤੇ ਪਛਾਣ ਦੀ ਚੋਰੀ ਦੇ ਦੋਸ਼ਾਂ ਲਈ ਦੋਸ਼ੀ ਮੰਨਿਆ ਗਿਆ। ਦੱਸਦੇ ਕਿ ਇਹ ਪਟੀਸ਼ਨ ਸਤੰਬਰ ਵਿੱਚ ਉਸ ਦੇ ਨਿਯਤ ਮੁਕੱਦਮੇ ਤੋਂ ਕੁਝ ਹਫ਼ਤੇ ਪਹਿਲਾਂ ਆਈ ਹੈ। ਨਿਊਯਾਰਕ ਰਿਪਬਲਿਕਨ ਸੈਂਟੋਸ ਨੂੰ ਸਿਆਸੀ ਦਾਨੀਆਂ ਤੋਂ ਚੋਰੀ ਕਰਨ, ਨਿੱਜੀ ਖਰਚਿਆਂ ਲਈ ਮੁਹਿੰਮ ਫੰਡਾਂ ਦੀ ਦੁਰਵਰਤੋਂ ਕਰਨ, ਆਪਣੇ ਵਿੱਤ ਬਾਰੇ ਕਾਂਗਰਸ ਨੂੰ ਝੂਠ ਬੋਲਣ ਅਤੇ ਨੌਕਰੀ ਦੌਰਾਨ ਬੇਰੁਜ਼ਗਾਰੀ ਲਾਭ ਇਕੱਠੇ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸੈਂਟੋਸ ਦੀ ਦੋਸ਼ੀ ਪਟੀਸ਼ਨ ਨੈਤਿਕਤਾ ਦੀ ਜਾਂਚ ਤੋਂ ਬਾਅਦ, ਕਾਨੂੰਨੀ ਉਲੰਘਣਾਵਾਂ ਅਤੇ ਉਸ ਦੀ ਜਨਤਕ ਦਫ਼ਤਰ ਤੋਂ ਨਿੱਜੀ ਲਾਭ ਦੇ ਪੁਖਤਾ ਸਬੂਤ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਪ੍ਰਤੀਨਿਧੀ ਸਭਾ ਤੋਂ ਉਸ ਨੂੰ ਕੱਢੇ ਜਾਣ ਤੋਂ ਬਾਅਦ ਆਇਆ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2024 ਦੀ ਰਾਸ਼ਟਰਪਤੀ ਚੋਣ ਮੁਹਿੰਮ ਦਾ ਸਮਰਥਨ ਕਰਦੇ ਹੋਏ ਪੌਪ ਸਟਾਰ ਟੇਲਰ ਸਵਿਫਟ ਨੂੰ ਦਰਸਾਉਂਦੇ ਹੋਏ ਟਰੁਥ ਸੋਸ਼ਲ ਤੇ ਛੇੜਛਾੜ ਵਾਲੀ ਸੋਸ਼ਲ ਮੀਡੀਆ ਤਸਵੀਰ ਸ਼ੇਅਰ ਕਰਕੇ ਵਿਵਾਦ ਪੈਦਾ ਕਰ ਦਿੱਤਾ ਹੈ। ਚਿੱਤਰ ਵਿੱਚ ਸਵਿਫਟ ਨੂੰ ਲਾਲ, ਚਿੱਟੇ ਅਤੇ ਨੀਲੇ ਰੰਗ ਵਿੱਚ ਇੱਕ ਕੈਪਸ਼ਨ ਦੇ ਨਾਲ ਦਿਖਾਇਆ ਗਿਆ ਹੈ, ਜਿਸ ਤੇ ਲਿਖਿਆ ਹੈ, ਟੇਲਰ ਸਵਿਫਟ ਤੁਹਾਨੂੰ ਡੋਨਾਲਡ ਟਰੰਪ ਲਈ ਵੋਟ ਪਾਉਣਾ ਚਾਹੁੰਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਵਿਫਟ ਨੇ ਆਉਣ ਵਾਲੀਆਂ ਚੋਣਾਂ ਲਈ ਜਨਤਕ ਤੌਰ ਤੇ ਕਿਸੇ ਉਮੀਦਵਾਰ ਦਾ ਸਮਰਥਨ ਨਹੀਂ ਕੀਤਾ ਹੈ, ਪਰ ਪਹਿਲਾਂ ਡੈਮੋਕ੍ਰੇਟਸ ਦਾ ਸਮਰਥਨ ਕੀਤਾ ਸੀ। ਜਾਅਲੀ ਸਮਰਥਨ ਵਾਲੀ ਤਸਵੀਰ ਤੋਂ ਇਲਾਵਾ ਟਰੰਪ ਨੇ ਸਵਿਫਟੀਜ਼ ਫॉर ਟਰੰਪ ਕਮੀਜ਼ਾਂ ਪਹਿਨਣ ਵਾਲੀਆਂ ਮੁਟਿਆਰਾਂ ਦੀਆਂ ਤਸਵੀਰਾਂ ਅਤੇ ISIS ਦੀ ਕਥਿਤ ਸਾਜ਼ਿਸ਼ ਦੁਆਰਾ ਸਵਿਫਟ ਦੇ ਸੰਗੀਤ ਸਮਾਰੋਹ ਵਿੱਚ ਵਿਘਨ ਪਾਉਣ ਬਾਰੇ ਇੱਕ ਵਿਅੰਗਾਤਮਕ ਲੇਖ ਵੀ ਪੋਸਟ ਕੀਤਾ। ਟਰੰਪ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਬਹੁਤ ਸਾਰੀਆਂ ਤਸਵੀਰਾਂ ਦੀ ਪਛਾਣ ਡੀਪ ਫੇਕ ਵਜੋਂ ਕੀਤੀ ਗਈ ਹੈ, ਜੋ ਗਲਤ ਜਾਣਕਾਰੀ ਦੇ ਫੈਲਣ ਬਾਰੇ ਚਿੰਤਾਵਾਂ ਨੂੰ ਵਧਾ ਰਹੀਆਂ ਹਨ। ਖਪਤਕਾਰ ਵਕਾਲ ਸਮੂਹ ਪਬਲਿਕ ਸਿਟੀਜ਼ਨ ਨੇ ਸੰਭਾਵੀ ਤੌਰ ਤੇ ਹਾਨੀਕਾਰਕ ਗਲਤ ਜਾਣਕਾਰੀ ਅਤੇ ਚੋਣਾਂ ਤੇ ਇਸ ਦੇ ਪ੍ਰਭਾਵ ਲਈ AI ਦੁਆਰਾ ਤਿਆਰ ਚਿੱਤਰਾਂ ਦੀ ਵਰਤੋਂ ਦੀ ਆਲੋਚਨਾ ਕੀਤੀ ਹੈ। ਬੁਲੇਟਿਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।